ਸੁਆਮੀ। ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰਾਂ ਬੇਨੰਤੀ। ਮੇਰਾ ਦੁਖ ਸੁਖ ਤੁਝ ਹੀ ਪਾਸ, ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰਾਂ ਬੇਨੰਤੀ। ਮੇਰਾ ਦੁਖ ਸੁਖ ਤੁਝ ਹੀ ਪਾਸ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ ਵਾਲੀਏ ਕੁਲ ਆਲਮ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਸੰਧਿਆ ਵੇਲੇ ਦੇ ਸਜੇ ਹੋਏ ਮੁਬਾਰਕ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਡਭਾਗੇ ਹਾਂ ਜੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਪਾਵਨ ਹਜ਼ੂਰੀ ਦੇ ਅੰਦਰ ਜੁੜ ਕਰਕੇ ਗੁਰੂ ਸਵਾਰਿਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ ਅੱਜ ਤੋਂ ਮੁਬਾਰਕ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਆਰੰਭ ਹੋ ਰਹੀ ਹੈ। ਸਤਿਗੁਰੂ ਦੇ ਅੱਗੇ ਅਰਦਾਸ ਕਰੀਏ, ਮਾਲਕ ਜੀ ਆਪ ਦਇਆ ਬਖਸ਼ਿਸ਼ ਕਰਿਆ ਜੇ, ਆਪ ਰਹਿਮਤ ਕਰਕੇ ਮੁਬਾਰਕ ਬਾਣੀ ਦੀ ਵਿਚਾਰ ਕਰਵਾ ਲੈਣਾ, ਕਿਉਂਕਿ ਜੇ ਕੋਈ ਕਰਨਾ ਚਾਹੇ ਤਾਂ ਹੋ ਕੁਝ ਨਹੀਂ ਸਕਦਾ, ਤੇ ਜੇ ਰੱਬੀ ਬਾਣੀ ਦੀ ਗੱਲ ਆਵੇ ਤਾਂ ਫਿਰ ਕਿੱਥੇ ਕਿਸੇ ਦੇ ਵਸਦੀ ਹੈ ਵੀ ਕੋਈ ਆਪ ਕੁਝ ਕਰ ਸਕਦਾ ਹੋਵੇ। ਸਭ ਆਪ ਰਹਿਮਤ ਕਰਨ, ਜਿਉਂ ਬੁਲਾਵੈ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਭ ਆਪ ਬਖਸ਼ਿਸ਼ ਕਰਕੇ ਇਹ ਪਾਵਨ ਮੁਬਾਰਕ ਬਾਣੀ ਦੀ ਵਿਚਾਰ ਆਰੰਭ ਕਰਵਾ ਲੈਣ। ਆਓ ਆਰੰਭਤਾ ਤੋਂ ਪਹਿਲਾਂ ਇੱਕ ਵਾਰ ਜਪਜੀ ਸਾਹਿਬ ਦੀ ਆਰੰਭਤਾ ਜਾਂ ਐ ਕਹਿ ਲਈਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਦੀ ਆਰੰਭਤਾ ਦੇ ਵਿੱਚ ਦਰਜ ਮੂਲ ਮੰਤਰ ਤਿਸ ਦਾ ਇੱਕ ਵਾਰ ਪਾਠ ਕਰੀਏ। ਸਾਰੇ ਕਿਰਪਾ ਕਰੋ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਓ ਵਿਚਾਰਾਂ ਦੀ ਆਰੰਭਤਾ ਕਰੀਏ। ਸਾਰੇ ਬੜੇ ਪਿਆਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਜੀ ਦੀ ਮੁਬਾਰਕ ਬਾਣੀ ਨੂੰ ਜਦੋਂ ਪੜ੍ਹਦੇ ਹਾਂ ਆਰੰਭਤਾ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਜ ਹੈ। ਇੱਕ ਗੱਲ ਅਕਸਰ ਬਚਪਨ ਦੇ ਵਿੱਚ ਸਿਆਣੇ ਬਜ਼ੁਰਗਾਂ ਦੇ ਕੋਲੋਂ ਸੁਣਿਆ ਕਰਦੇ ਸਾਂ, ਵਿਦਵਾਨਾਂ ਦੇ ਕੋਲੋਂ, ਕਿ ਜਦੋਂ ਬਾਣੀ ਦੀ ਗੱਲ ਕਰੀਏ ਜਾਂ ਬਾਣੀ ਦੇ ਧੁਰੇ ਦੀ ਗੱਲ ਕਰੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਦਾ ਮੂਲ ਇੱਕ ਓੰਕਾਰ ਹੈ। ਤੇ ਇੱਕ ਓੰਕਾਰ ਦੀ ਵਿਆਖਿਆ ਜਪਜੀ ਸਾਹਿਬ ਦੀ ਮੁਬਾਰਕ ਬਾਣੀ ਹੈ, ਜਾਂ ਫਿਰ ਇਹ ਕਹਿ ਲਈਏ ਇੱਕ ਓੰਕਾਰ ਦੀ ਵਿਆਖਿਆ ਹੀ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਦਰਜ ਹੈ। ਵੀ ਰੱਬ ਦੀ ਹਸਤੀ ਕਿਵੇਂ ਦੀ ਹੈ। ਸਾਰਿਆਂ ਤੋਂ ਪਹਿਲਾਂ ਸਾਡਾ ਸਵਾਲ ਹੀ ਇਹ ਹੁੰਦਾ ਏ, ਰੱਬ ਕਿਵੇਂ ਦਾ ਹੈ, ਰੱਬ ਹੈ ਕਿਵੇਂ ਦਾ, ਇਹ ਸਾਡੇ ਮਨਾਂ ਦੇ ਅੰਦਰ ਸਵਾਲ ਹੁੰਦਾ ਹੈ। ਤੇ ਉਸੇ ਨੂੰ ਸਾਹਿਬ ਨੇ ਸੰਖੇਪ ਰੂਪ ਦੇ ਵਿੱਚ ਸਮਝਾਉਣ ਦੇ ਲਈ ਜਪਜੀ ਸਾਹਿਬ ਦੇ ਅੰਦਰ ਦਰਜ ਕੀਤਾ, ਜਿਸ ਨੂੰ ਆਪਾਂ ਸਮਝਣ ਦਾ ਯਤਨ ਕਰਨਾ ਹੈ। ਸਾਰਿਆਂ ਤੋਂ ਪਹਿਲਾਂ ਉਚਾਰਨ ਪੱਖ ਦੇਖ ਲਈਏ ਮੂਲ ਮੰਤਰ ਦਾ, ਇੱਕ ਓੰਕਾਰ ਦਾ।
ਉਚਾਰਨ ਕਰਦਿਆਂ ਹੋਇਆਂ ਕਈ ਵਾਰ ਅਸੀਂ ਇੱਕ ਓਮਕਾਰ ਵੀ ਕਹਿ ਦਿੰਨੇ ਆ, ਇੱਕ ਓਮਕਾਰ ਵੀ ਕਹਿ ਦਿੰਨੇ ਆ, ਇੱਕ ਓਮਕਾਰ ਵੀ ਕਹਿ ਦਿੰਨੇ ਆ। ਜਦੋਂ ਉਚਾਰਨ ਕਰਨਾ ਹੈ ਤੇ ਬੜਾ ਧਿਆਨ ਰੱਖਣਾ ਹੈ। ਇੱਕ ਓੰਕਾਰ, ਓੰਕਾਰ ਹੈ, ਓੰਕਾਰ ਨਹੀਂ ਹੈ, ਨਾ ਓਮਕਾਰ। ਇੱਕ ਓੰਕਾਰ, ਪਰਮਾਤਮਾ ਇੱਕ ਹੈ। ਸੰਸਾਰ ਦੇ ਅੰਦਰ ਬੜੀਆਂ ਵਿਚਾਰਧਾਰਾਵਾਂ ਰਹੀਆਂ ਵੀ ਰੱਬ ਵੱਖਰੇ ਨੇ, ਸਾਰਿਆਂ ਦਾ ਰੱਬ ਵੱਖਰਾ ਹੈ। ਕਿਸੇ ਨੇ ਕਹਿ ਦਿੱਤਾ ਰੱਬ ਦੀ ਗਿਣਤੀ ਜ਼ਿਆਦਾ ਹੈ, ਕੋਈ ਪੈਦਾ ਕਰਨ ਵਾਲਾ ਵੱਖਰਾ ਹੈ, ਆਹਾਰ ਦੇਣ ਵਾਲਾ ਵੱਖਰਾ ਹੈ, ਮਾਰਨ ਵਾਲਾ ਵੱਖਰਾ ਏ। ਪਰ ਜਪਜੀ ਸਾਹਿਬ ਦੀ ਮੁਬਾਰਕ ਬਾਣੀ ਨੂੰ ਪੜਾਂਗੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਸ਼ੇ ਨੂੰ ਦੇਖਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਪਹਿਲੇ ਹੁਕਮ ਨੂੰ ਦੇਖਾਂਗੇ ਤੇ ਪਹਿਲੀ ਗੱਲ ਹੀ ਆਏਗੀ ਇੱਕ ਓੰਕਾਰ। ਰੱਬ ਜੀ ਇੱਕ ਨੇ, ਉਹ ਸਾਰਾ ਕੁਝ ਕਰਨ ਵਾਲੇ, ਕੋਈ ਹੋਰ ਦੂਜਾ ਨਹੀਂ। ਉਹੀ ਪੈਦਾ ਕਰਦਾ, ਉਹੀ ਆਹਾਰ ਦੇ ਰਿਹਾ ਹੈ ਤੇ ਉਹੀ ਖਤਮ ਕਰਨ ਵਾਲਾ ਹੈ। ਕੋਈ ਦੂਜਾ ਇੱਥੇ ਨਹੀਂ ਹੈ, ਸਾਰਾ ਕੁਝ ਉਹ ਆਪ ਹੀ ਕਰਦਾ ਹੈ। ਤੇ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਇਸ ਨੂੰ ਸਮਝਾਉਣ ਦੀ। ਸਾਨੂੰ ਇੱਕ ਹਿੰਦਸਿਆਂ ਦੇ ਵਿੱਚ ਲਿਖ ਦਿੱਤਾ, ਈੜੀ ਨੂੰ ਸਿਹਾਰੀ ਕੱਕਾ ਨਹੀਂ ਲਿਖਿਆ, ਕਿ ਕਿਤੇ ਇਹ ਨਾ ਹੋਵੇ ਅਸੀਂ ਈੜੀ ਨੂੰ ਸਿਹਾਰੀ ਤੇ ਕੱਕਾ ਵੱਖਰਾ ਕਰਕੇ ਇਹਦੇ ਕੋਈ ਵੱਖਰੇ ਅਰਥ ਕੱਢ ਲਈਏ। ਸਿੱਧਾ ਜਿਹਾ ਪਤਾ ਲੱਗ ਜਾਵੇ ਇੱਕ ਇਹਦਾ ਭਾਵ ਇੱਕ ਹੈ ਤੇ ਰੱਬ ਇੱਕ ਹੈ, ਇੱਕੋ ਹੈ, ਭਾਈ ਇੱਕੋ ਹੈ, ਰੱਬ ਇੱਕੋ ਹੀ ਹੈ, ਕੋਈ ਦੂਜਾ ਨਹੀਂ ਹੈ। ਉਹ ਸਾਰਾ ਕੁਝ ਕਰਨ ਵਾਲਾ ਹੈ, ਓੰਕਾਰ ਹੈ। ਪਰਮਾਤਮਾ ਓੰਕਾਰ ਹੈ, ਸਰਬ ਵਿਆਪਕ ਹੈ, ਸਾਰਿਆਂ ਦੇ ਵਿੱਚ ਵਸਦਾ ਹੈ ਤੇ ਲਗਾਤਾਰ ਵਸਦਾ ਹੈ। ਇਹ ਨਹੀਂ ਹੈ ਵੀ ਕਿਤੇ ਵੱਧ ਹੈ, ਕਿਤੇ ਘੱਟ ਹੈ, ਕਿਤੇ ਦੂਜਾ ਹੈ, ਕਿਤੇ ਦੂਜਾ ਹੈ। ਰੱਬ ਇੱਕ ਹੈ, ਸਾਰੇ ਥਾਂ ਤੇ ਉਹ ਇੱਕੋ ਹੀ ਵਸਦਾ ਹੈ, ਕੋਈ ਦੂਜਾ ਹੈ ਹੀ ਨਹੀਂ ਜਿਹੜਾ ਹਰੇਕ ਥਾਂ ਤੇ ਵਸਦਾ ਹੋਵੇ। ਉਹ ਹਰੇਕ ਥਾਂ ਤੇ ਉਹਨੇ ਜੋ ਬਣਾਇਆ ਹੈ, ਬਣਾ ਕਰਕੇ ਤੇ ਸਾਰਾ ਕੁਝ ਉਹਦੇ ਵਿੱਚ ਆਪ ਸਮਾ ਗਿਆ। ਇਹ ਸਭ ਨੇ ਸਾਨੂੰ ਆਰੰਭਤਾ ਦੇ ਵਿੱਚ ਸਮਝਾ ਦਿੱਤਾ। ਜਿਸ ਦਿਨ ਇਹ ਸਮਝ ਆ ਗਿਆ, ਉਸ ਦਿਨ ਅਸੀਂ ਇੱਕ ਦੀ ਵਿਚਾਰਧਾਰਾ ਨੂੰ ਸਮਝਦਿਆਂ ਹੋਇਆਂ ਇੱਕ ਦੇ ਮਗਰ ਤੁਰਾਂਗੇ। ਫਿਰ ਜਦੋਂ ਇੱਕ ਦੇ ਪਿੱਛੇ ਤੁਰਾਂਗੇ ਸਾਨੂੰ ਸਮਝ ਆ ਜਾਏਗੀ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਪਰਮਾਤਮਾ ਇੱਕ ਹੈ, ਉਹਦਾ ਹੁਕਮ ਇੱਕ ਹੈ, ਉਹਦੀ ਵਿਚਾਰਧਾਰਾ ਇੱਕ ਹੈ ਤੇ ਇੱਕੋ ਦੇ ਨਾਲ ਹੀ ਜੁੜਨਾ ਹੈ, ਦੂਜਿਆਂ ਦੇ ਨਾਲ, ਬਹੁਤਿਆਂ ਦੇ ਨਾਲ ਨਹੀਂ। ਜਦੋਂ ਇੱਕ ਦੇ ਨਾਲ ਜੁੜਾਂਗੇ ਇੱਕ ਹੋ ਕੇ ਜਿਉਣਾ ਆ ਜਾਏਗਾ। ਇੱਕ ਦੇ ਨਾਲ ਜੁੜਾਂਗੇ ਇੱਕ ਸਾਰਤਾ ਆ ਜਾਏਗੀ। ਇੱਕ ਦੇ ਨਾਲ ਜੁੜਾਂਗੇ ਦੂਜਿਆਂ 'ਚ ਇੱਕ ਦਿਸਣਾ ਸ਼ੁਰੂ ਹੋ ਜਾਏਗਾ। ਮੇਰ ਤੇ ਤੇਰ, ਉੱਚੇ ਤੇ ਨੀਵੇਂ ਵਾਲੀ ਭਾਵਨਾ ਹੀ ਖਤਮ ਹੋ ਜਾਏਗੀ। ਫਿਰ ਇਹ ਨਿਕਲ ਜਾਏਗਾ ਦੂਜਾ ਕੌਣ ਹੈ। ਜਦੋਂ ਇੱਕ ਦੀ ਭਾਵਨਾ ਆ ਗਈ, ਇੱਕ ਨੂੰ ਅੱਜ ਰੌਲਾ ਸਭ ਤੋਂ ਜ਼ਿਆਦਾ ਕੀ ਆ? ਹਰੇਕ ਇਹੀ ਕਹਿ ਰਿਹਾ ਨਾ ਵੀ ਮੈਂ ਉੱਚਾ ਤੇ ਮੇਰਾ ਧਰਮ ਉੱਚਾ ਹੈ। ਰੌਲੇ ਦਾ ਵੱਡਾ ਕਾਰਨ ਹੀ ਇਹੀ ਹੈ ਨਾ। ਥਾਂ ਥਾਂ ਤੇ ਇਸੇ ਹੀ ਕਰਕੇ ਸਾਰਾ ਕੁਝ ਹੋ ਰਿਹਾ ਵੀ ਤੁਸੀਂ ਸਾਡਾ ਹੀ ਧਰਮ ਮੰਨੋ, ਕਿਉਂਕਿ ਸਾਡਾ ਸ੍ਰੇਸ਼ਟ ਹੈ, ਤੁਹਾਡਾ ਨੀਵਾਂ ਹੈ। ਤੇ ਜਿੱਦਣ ਸਮਝ ਆ ਗਈ ਵੀ ਰੱਬ ਤਾਂ ਇੱਕ ਹੀ ਹੈ ਤੇ ਧਰਮ ਵੀ ਇੱਕੋ ਹੀ ਹੈ, ਜਿਹਨੂੰ ਸਾਹਿਬ ਨੇ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਬਿਆਨ ਕਰ ਦਿੱਤਾ ਵੀ ਧਰਮ ਕੀ ਹੈ? ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ। ਸਾਰਿਆਂ ਤੋਂ ਉੱਤਮ ਤੇ ਧਰਮ ਕਿਹੜਾ ਹੈ? ਰੱਬ ਜੀ ਦਾ ਨਾਮ ਜਪਣਾ। ਹੁਣ ਰੱਬ ਜੀ ਦਾ ਨਾਮ ਕੀ ਹੈ? ਬੜਾ ਰੌਲਾ ਹੈ ਰੱਬ ਦਾ ਨਾਮ। ਇਹਦੇ 'ਚ ਹੀ ਬੜਾ ਰੌਲਾ ਹੈ ਵੀ ਰੱਬ ਦਾ ਨਾਮ ਕਿਹੜਾ ਹੈ। ਹਰੇਕ ਕਹਿੰਦਾ ਹੈ ਜਿਹੜਾ ਨਾਮ ਮੈਂ ਲੈ ਰਿਹਾ ਨਾ, ਸਿਰਫ ਰੱਬ ਦਾ ਨਾਮ ਉਹੀ ਹੈ। ਤੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਇਹ ਭੁਲੇਖਾ ਕੱਢ ਦਈਏ। ਜਿਹੜਾ ਨਾਮ ਅਸੀਂ ਲੈ ਰਹੇ ਸਿਰਫ ਉਹੀ ਰੱਬ ਦਾ ਨਾਮ ਨਹੀਂ ਹੈਗਾ, ਜਿਹੜਾ ਦੂਜਾ ਲੈ ਰਿਹਾ ਉਹ ਵੀ ਰੱਬ ਦਾ ਹੀ ਨਾਮ ਹੈ। ਸਾਨੂੰ ਸਮਝ ਨਹੀਂ ਹੈ, ਉਹ ਵੱਖਰਾ ਵਿਸ਼ਾ ਹੈ, ਜਾਂ ਇਹਨੂੰ ਹੋਰ ਸੌਖਿਆਂ ਸਮਝ ਲਈਏ। ਮੈਂ ਇੱਥੇ ਬੈਠ ਕੇ ਯਤਨ ਕਰ ਰਿਹਾ ਕਿ ਗੁਰਬਾਣੀ ਦੀ ਗੱਲ ਕੀਤੀ ਜਾਵੇ, ਗੁਰਬਾਣੀ ਦੀ ਵਿਚਾਰ ਕੀਤੀ ਜਾਵੇ। ਤੁਹਾਡੇ ਚੋਂ ਬਹੁਤੇ ਮੇਰਾ ਨਾਮ ਨਹੀਂ ਜਾਣਦੇ, ਤੁਹਾਡੇ ਚੋਂ ਬਹੁਤਿਆਂ ਨੂੰ ਪਤਾ ਨਹੀਂ ਮੈਂ ਕਿੱਥੋਂ ਆਇਆ। ਮੈਂ ਬਸ ਇੰਨਾ ਪਤਾ ਹੈ ਵੀ
ਕਿਹਨੂੰ ਮਿਲਣਾ ਹੈ, ਜੇ ਮਿਲਣਾ ਹੋਵੇ ਤੇ ਕੀ ਕਵਾਂਗੇ? ਜਿਹੜੇ ਕਥਾ ਕਰਦੇ ਨੇ, ਨਾ ਤਾਂ ਨਹੀਂ ਪਤਾ, ਪਰ ਇੱਕ ਗੁਣ ਪਤਾ ਸੀ ਵੀ ਉਹ ਬੰਦਾ ਜਿਹੜਾ ਕਥਾ ਕਰਦਾ ਹੈ ਉਹਨੂੰ ਮਿਲਣਾ ਹੈ। ਸਾਡੇ ਵਾਸਤੇ ਅਸੀਂ ਉਹਦੀ ਪਹਿਚਾਣ ਦਾ ਇਹ ਤਰੀਕਾ ਲੱਭ ਲਿਆ। ਜੇ ਇਹ ਨਾ ਕਿਹਾ, ਜੇ ਕਿਸੇ ਨੇ ਬਾਹਰ ਦੇਖਿਆ ਹੋਵੇਗਾ, ਉਹ ਲੰਬੇ ਜਿਹੇ ਭਾਈ ਸਾਹਿਬ ਜਿਹੜੇ ਨੇ ਉਹਨਾਂ ਨੂੰ ਮਿਲਣਾ ਹੈ। ਦੂਜਾ ਪਛਾਣ ਦਾ ਤਰੀਕਾ ਹੈ। ਉਹ ਜਿਨ੍ਹਾਂ ਨੇ ਕੱਲ ਐਸ ਰੰਗ ਦੀ ਦਸਤਾਰ ਬੰਨ੍ਹੀ ਸੀ ਉਹਨਾਂ ਨੂੰ ਮਿਲਣਾ ਹੈ। ਇਹ ਤੀਜਾ ਤਰੀਕਾ ਹੋ ਗਿਆ ਪਛਾਣ ਦਾ। ਹੋ ਗਿਆ ਨਾ? ਹਰੇਕ ਨੇ ਪਛਾਣ ਕਰਨ ਵਾਸਤੇ ਇੱਕ ਨਵਾਂ ਤਰੀਕਾ ਲੱਭ ਲਿਆ। ਉਹਨੇ ਆਈਡੈਂਟੀਟੀ ਵਾਸਤੇ ਕੋਈ ਨਾਮ ਰੱਖ ਲਿਆ। ਹੁਣ ਇੰਨਾ ਕੁਝ ਕਹਿਣ ਦੇ ਨਾਲ ਕੋਈ ਮਾੜਾ ਵੀ ਕਹਿ ਕੇ ਬੋਲੇਗਾ, ਕੋਈ ਕਹੇਗਾ ਉਹ ਚਸ਼ਮੇ ਵਾਲਾ ਜਿਹੜਾ ਹੈ ਉਹਦੇ ਨਾਲ ਮਿਲਣਾ ਹੈ, ਕੋਈ ਰੰਗ ਦੇ ਕਰਕੇ ਕਹੇਗਾ। ਹੁਣ ਹਰੇਕ ਦੇ ਕੋਲ ਇੱਕ ਤਰੀਕਾ ਹੈ ਨਾ ਪਛਾਣ ਕਰਨ ਦਾ। ਹੁਣ ਤੁਹਾਡੇ ਉਹ ਇੰਨੇ ਸਾਰੇ ਪਛਾਣ ਦੇ ਤਰੀਕਿਆਂ ਦੇ ਨਾਮ ਰੱਖਣ ਦੇ ਨਾਲ ਕੀ ਮੈਂ ਬਦਲ ਜਾਣਾ ਹੈ? ਮੇਰੇ ਜੀਵਨ 'ਚ ਕੋਈ ਤਬਦੀਲੀ ਆਉਣੀ ਹੈ? ਜਾਂ ਮੈਂ ਬਹੁਤੇ ਹੋ ਜਾਣਾ? ਮੇਰੇ ਹਿੱਸੇ ਤਾਂ ਨਹੀਂ ਬਣ ਜਾਣੇ, ਮੈਂ ਤਾਂ ਇੱਕ ਹੀ ਰਹਿਣਾ, ਬਸ ਤੁਸੀਂ ਨਾਮ ਵੱਖਰੇ ਵੱਖਰੇ ਰੱਖ ਲਏ। ਇਹਨੂੰ ਏਦਾਂ ਜਦੋਂ ਰੱਬ ਜੀ ਦੀ ਗੱਲ ਕਰਦੇ ਹਾਂ, ਠੀਕ ਏਦਾਂ ਹੀ ਅਸੀਂ ਕੀਤਾ। ਜਪਜੀ ਸਾਹਿਬ ਨੂੰ ਪੜ੍ਹਦੇ ਹਾਂ, ਜਾਪ ਸਾਹਿਬ ਨੂੰ ਪੜ੍ਹਦੇ ਹਾਂ, ਕਿੰਨੇ ਨਾਮ ਨੇ ਰੱਬ ਜੀ ਦੇ। ਗੁਰਬਾਣੀ ਨੂੰ ਪੜ੍ਹੋ, ਕਿੰਨੇ ਨਾਮ ਨੇ ਰੱਬ ਜੀ ਦੇ। ਔਰ ਸਾਰੇ ਨਾਮਾਂ ਦੀ ਗੱਲ ਕੀਤੀ ਹੈ। ਗੁਰਬਾਣੀ ਨੂੰ ਪੜ੍ਹੋਗੇ, ਰਾਮ ਵੀ ਮਿਲੇਗਾ, ਕ੍ਰਿਸ਼ਨ ਵੀ ਮਿਲੇਗਾ, ਅੱਲਾ ਵੀ ਮਿਲੇਗਾ, ਖੁਦਾ ਵੀ ਮਿਲੇਗਾ, ਪਰਵਤਗਾਰ ਵੀ ਮਿਲੇਗਾ, ਰਹੀਮ ਵੀ ਮਿਲੇਗਾ, ਕਰੀਮ ਵੀ ਮਿਲੇਗਾ, ਬਖਸ਼ੰਦ ਵੀ ਮਿਲੇਗਾ, ਗੋਪਾਲ ਵੀ ਮਿਲੇਗਾ, ਵਾਹਿਗੁਰੂ ਵੀ ਮਿਲੇਗਾ, ਅਕਾਲ ਪੁਰਖ ਵੀ ਮਿਲੇਗਾ, ਅਕਾਲ ਵੀ ਮਿਲੇਗਾ। ਮਿਲ ਰਹੇ ਨਾ, ਸਾਰੇ ਨਾਮ ਹੈਗੇ ਨੇ ਨਾ। ਫਿਰ ਰੱਬ ਇੱਕੋ ਹੀ ਹੈ, ਨਾਮ ਵੱਖਰੇ ਵੱਖਰੇ। ਹੁਣ ਇਹਨੂੰ ਹੋਰ ਸੌਖਿਆਂ ਸਮਝ ਲਈਏ। ਜਦੋਂ ਰੱਬ ਜੀ ਦੇ ਨਾਮ ਦੀ ਗੱਲ ਆਵੇਗੀ, ਰੱਬ ਜੀ ਦੀ ਗੱਲ ਕਰ ਰਹੇ, ਰੱਬ ਜੀ ਕਿਵੇਂ ਦੇ ਨੇ, ਤੇ ਰੱਬ ਜੀ ਦੀ ਗੱਲ ਆਈ। ਹੁਣ ਕਿਸੇ ਨੂੰ ਸਮਝ ਆਇਆ ਵੀ ਰੱਬ ਸਾਰੇ ਥਾਂ ਤੇ ਵਸਿਆ ਹੋਇਆ ਹੈ, ਉਹਨੇ ਸ਼ਿਵ ਕਹਿ ਦਿੱਤਾ। ਸ਼ਿਵ ਦਾ ਭਾਵ ਹੈ ਵਿਆਪਕ, ਜਿਹੜਾ ਹਰੇਕ ਥਾਂ ਤੇ ਹੈ। ਕਿਸੇ ਨੇ ਕਹਿ ਦਿੱਤਾ ਰਾਮ, ਭਾਵ ਉਹ ਰਮਿਆ ਹੋਇਆ ਹੈ, ਹਰੇਕ ਥਾਂ ਤੇ ਵਸਿਆ ਹੋਇਆ ਹੈ। ਕਿਸੇ ਨੇ ਕਹਿ ਦਿੱਤਾ ਰੱਬ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਖਿੱਚਦਾ ਹੈ ਸਾਰਿਆਂ ਨੂੰ, ਕ੍ਰਿਸ਼ਨ ਕਹਿ ਦਿੱਤਾ। ਕਿਸੇ ਨੂੰ ਲੱਗਾ ਰੱਬ ਲੱਭਿਆ ਨਹੀਂ ਜਾ ਸਕਦਾ, ਉਹਨੇ ਅੱਲਾ ਕਹਿ ਦਿੱਤਾ। ਵੀ ਰੱਬ ਨੂੰ ਲੱਭਿਆ ਨਹੀਂ ਜਾ ਸਕਦਾ, ਉਹਨੇ ਅੱਲਾ ਕਹਿ ਦਿੱਤਾ। ਕਿਸੇ ਨੇ ਕਹਿ ਦਿੱਤਾ ਵੀ ਰੱਬ ਆਪਣੇ ਆਪ ਤੋਂ ਪੈਦਾ ਹੋਇਆ, ਉਹਨੇ ਖੁਦਾ ਕਹਿ ਦਿੱਤਾ। ਕਿਸੇ ਨੂੰ ਲੱਗਾ ਰੱਬ ਬੜੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ, ਉਹਨੇ ਕਰੀਮ ਕਹਿ ਦਿੱਤਾ। ਜਿਹਨੂੰ ਸਮਝ ਆਈ ਵੀ ਰੱਬ ਬੜਾ ਦਇਆਲੂ ਹੈ, ਬੜਾ ਰਹਿਮ ਕਰਨ ਵਾਲਾ ਹੈ, ਉਹਨੇ ਰਹੀਮ ਕਹਿ ਦਿੱਤਾ। ਦੂਜੇ ਨੇ ਦਇਆਲ ਕਹਿ ਦਿੱਤਾ। ਕਿੰਨੇ ਨਾਮ ਨੇ ਸਾਰੇ ਰੱਬ। ਗੋਪਾਲ, ਧਰਤੀ ਦੀ ਪਾਲਣਾ ਕਰਨ ਵਾਲਾ, ਗੋਪਾਲ। ਗੋਦਾਰ ਧਰਤੀ, ਪਾਲਦਾਰ ਪਾਲਣਾ ਕਰ, ਉਹਨੇ ਗੋਪਾਲ ਕਹਿ ਦਿੱਤਾ। ਕਿਸੇ ਨੂੰ ਲੱਗਾ ਧਰਤੀ ਨੂੰ ਪੈਦਾ ਕਰਨ ਵਾਲਾ ਉਹ ਰੱਬ ਹੈ, ਉਹਨੇ ਗੋਬਿੰਦ ਕਹਿ ਦਿੱਤਾ। ਹੁਣ ਰੱਬ ਤਾਂ ਇੱਕ ਹੀ ਸੀ, ਨਾਮ ਜਿੰਨੇ ਮਰਜ਼ੀ ਰੱਖ ਦਈਏ। ਭੱਟ ਸਾਹਿਬਾਨਾਂ ਨੇ ਦੇਖਿਆ ਵੀ ਇੰਨੇ ਨਾਮ ਹੋਣ ਦੇ ਬਾਵਜੂਦ ਇੰਨੇ ਗੁਣ ਨੇ ਰੱਬ ਜੀ ਦੇ ਅੰਦਰ। ਜਦੋਂ ਅਸੀਂ ਕਿਸੇ ਚੀਜ਼ ਦੇ ਬਹੁਤੇ ਗੁਣ ਦੇਖ ਲਈਏ, ਮੋਬਾਈਲ ਫੋਨ ਚਲਾਉਂਦੇ ਹੋਈਏ, ਸਾਡੇ ਕੋਲ ਮੋਬਾਈਲ ਹੋਵੇ, ਬੜੇ ਲੰਬੇ ਸਮੇਂ ਤੋਂ ਵਰਤ ਰਹੇ ਹਾਂ, ਵਰਤਦਿਆਂ ਹੋਇਆਂ ਕੋਈ ਸਾਡੇ ਕੋਲ ਆ ਕੇ ਬੈਠ ਜਾਵੇ, ਉਹ ਕਵੇ ਵੀ ਭਾਈ ਤੇਰੇ ਕੋਲ ਆ ਮੋਬਾਈਲ ਹੈ, ਤੈਨੂੰ ਪਤਾ ਇਹਦੇ ਚ ਆ ਵੀ ਹੈਗਾ, ਆ ਕੈਮਰਾ ਇਦਾਂ ਵੀ ਸੈਟਿੰਗ ਕਰਕੇ ਇਹਦੀ ਫੋਟੋ ਹੋਰ ਵਧੀਆ ਆ ਸਕਦੀ, ਤੈਨੂੰ ਪਤਾ ਹੈ? ਤੁਸੀਂ ਕਹੋਗੇ ਨਹੀਂ ਇੰਨਾ ਨਹੀਂ ਸੀ ਪਤਾ। ਆ ਵੀ ਚੱਲ ਜਾਂਦਾ ਹੈ ਫੋਨ ਦੇ ਵਿੱਚ, ਇਹਨੂੰ ਇਦਾਂ ਵੀ ਵਰਤ ਸਕਦੇ ਆ, ਜੇ ਆਹ ਚੀਜ਼ ਇਹਦੇ ਚ ਪਾਵਾਂਗੇ ਤੇ ਇਹਦੀ ਵਰਤੋਂ ਹੋਰ ਵਧੀਆ ਹੋ ਸਕਦੀ ਆ। ਅੱਛਾ, ਥੋੜੇ ਚਿਰ ਬਾਅਦ ਅਸੀਂ ਗੋਣੋਂ ਦੇ ਵੇਖੇ ਨਾ ਵੀ ਮੈਨੂੰ ਤਾਂ 6 ਮਹੀਨੇ ਸਾਲ ਹੋ ਗਿਆ ਚਲਾਉਂਦਿਆਂ ਫੋਨ, ਮੈਨੂੰ ਪਤਾ ਹੀ ਨਹੀਂ, ਆਪ ਮੁਹਾਰੇ ਨਹੀਂ ਨਿਕਲੇਗਾ। ਵਾਹ, ਇੰਨੇ ਗੁਣ ਸੀ, ਇੰਨਾ ਕੁਝ ਸੀ ਫੋਨ ਦੇ ਅੰਦਰ। ਜਦੋਂ ਭੱਟ ਸਾਹਿਬਾਨਾਂ ਨੇ ਦੇਖਿਆ ਵੀ ਰੱਬ ਜੀ ਦੇ ਅੰਦਰ ਇੰਨੇ ਗੁਣ ਨੇ, ਉਹਨਾਂ ਨੇ ਕਹਿ ਦਿੱਤਾ ਵਾਹ ਗੁਰੂ, ਵੀ ਰੱਬ ਸੱਚਮੁੱਚ ਹੀ ਵਾਹ, ਰੱਬ ਸੱਚਮੁੱਚ ਹੀ ਕਮਾਲ ਦਾ ਏ। ਉਦੋਂ ਫਿਰ ਭੁਲੇਖਾ ਨਿਕਲ ਜਾਏਗਾ
ਵੀ ਰੱਬ ਦੇ ਨਾਮ ਦੇ ਉੱਤੇ ਵੰਡੀਆਂ ਪਾ ਕੇ ਰੱਬ ਨੂੰ ਨਹੀਂ ਪਾਇਆ ਜਾ ਸਕਦਾ। ਜੇ ਰੱਬ ਨੂੰ ਪਾਉਣਾ ਹੈ ਤੇ ਗੱਲ ਸਮਝਣੀ ਪਏਗੀ, ਮੰਨਣਾ ਪਏਗਾ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ। ਜਦੋਂ ਹੈ ਹੀ ਇੱਕ ਦੇ ਪੈਦਾ ਕੀਤੇ ਹੋਏ ਆ ਸਾਰੇ, ਫਿਰ ਵੱਖਰੇਵੇਂ ਕਿਵੇਂ ਹੋ ਸਕਦੇ ਨੇ? ਜਿਨ੍ਹਾਂ ਨੂੰ ਇਹ ਸਮਝ ਨਹੀਂ ਆਈ ਉਹ ਧਰਮੀ ਨਹੀਂ ਹੋ ਸਕਦਾ। ਧਰਮੀ ਨਹੀਂ ਹੈਗੇ ਜਿਹੜੇ ਕਹਿੰਦੇ ਨੇ ਸਾਡਾ ਹੀ ਧਰਮ ਸ੍ਰੇਸ਼ਟ ਹੈ, ਕਿਉਂਕਿ ਧਰਮ ਇੱਕੋ ਹੀ ਹੈ, ਹੋਰ ਕੋਈ ਦੂਜਾ ਧਰਮ ਹੀ ਨਹੀਂ ਹੈਗਾ। ਧਰਮ ਤਾਂ ਇੱਕੋ ਹੀ ਆ। ਜਿਹਦੀ ਗੱਲ ਕਰ ਰਹੇ ਸੀ, ਹਰ ਕੋ ਨਾਮ ਜਪ, ਰੱਬ ਜੀ ਦਾ ਨਾਮ ਜਪ, ਨਿਰਮਲ ਕਰਮ ਤੇ ਚੰਗੇ ਕਰਮ ਕਰ। ਨਿਰਮਲ ਦਾ ਭਾਵ ਮੈਲ ਤੋਂ ਰਹਿਤ, ਜਿਹਦੇ ਵਿੱਚ ਈਰਖਾ ਨਾ ਹੋਵੇ, ਜਿਹਦੇ ਵਿੱਚ ਦ્વੈਸ਼ ਨਾ ਹੋਵੇ, ਜਿਹਦੇ ਵਿੱਚ ਦੂਜਿਆਂ ਦੇ ਮਾੜਾ ਕਰਨ ਦੀ ਗੱਲ ਨਾ ਹੋਵੇ। ਤੇ ਜਿੱਥੇ ਇਹ ਗੱਲ ਆ ਜਾਵੇ ਵੀ ਦੂਜੇ ਦਾ ਮਾੜਾ ਕਰਨਾ ਹੈ, ਦੂਜੇ ਦੇ ਧਾਰਮਿਕ ਸਥਾਨ ਨੂੰ ਢਾਹ ਦੇਣਾ ਹੈ, ਦੂਜੇ ਦੇ ਧਰਮ ਸਥਾਨਾਂ ਦੀ ਬੇਅਦਬੀ ਕਰਨੀ ਹੈ, ਧਰਮ ਗ੍ਰੰਥਾਂ ਨੂੰ ਮਾੜਾ ਕਹਿਣਾ ਹੈ, ਉੱਥੇ ਧਰਮ ਨਹੀਂ ਹੋ ਸਕਦਾ। ਉਹ ਫਿਰ ਦਿਖਾਵੇ ਦੀਆਂ ਗੱਲਾਂ ਨੇ, ਬਾਹਰ ਦੀਆਂ ਗੱਲਾਂ। ਇਹ ਧਰਮ ਨਹੀਂ ਹੈਗਾ। ਕਿਉਂਕਿ ਧਰਮੀ ਦੇ ਅੰਦਰ ਤੇ ਦਇਆ ਬੜੀ ਹੈ। ਧਰਮ ਤੇ ਸ਼ੁਰੂ ਹੀ ਦਇਆ ਤੋਂ ਹੁੰਦਾ ਹੈ। ਜਿੱਥੇ ਦਇਆ ਨਹੀਂ ਉੱਥੇ ਧਰਮ ਕਿਵੇਂ ਹੋ ਸਕਦਾ? ਤੇ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ, ਇੱਕ ਓੰਕਾਰ, ਰੱਬ ਜੀ ਇੱਕ ਨੇ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਰੱਬ ਜੀ ਇੱਕ ਨੇ, ਕੋਈ ਦੂਜਾ ਨਹੀਂ ਹੈ। ਇੱਥੇ ਦੂਜਾ ਤੇ ਹੈ ਹੀ ਨਹੀਂ। ਸਭ ਨੇ ਬਖਸ਼ਿਸ਼ ਕਰ ਦਿੱਤੀ, ਇੱਕ ਓੰਕਾਰ ਸਤਨਾਮ ਹੈਗਾ, ਇੱਕ ਹੈ, ਹਰੇਕ ਥਾਂ ਤੇ ਵਸਿਆ ਹੋਇਆ ਹੈ, ਤੇ ਉਹ ਹੈਗਾ ਸਦੀਵੀ ਹੋਂਦ ਵਾਲਾ ਹੈ। ਸਤ ਦਾ ਭਾਵ, ਸਤ ਨੂੰ ਗੁਰਬਾਣੀ ਦੇ ਅੰਦਰ ਦੇਖਾਂਗੇ 3 ਰੂਪਾਂ 'ਚ ਮਿਲੇਗਾ। ਸਤ ਤੱਤੇ ਨੂੰ ਔਂਕੜ ਦੇ ਨਾਲ, ਤੱਤਾ ਮੁਕਤਾ ਤੇ ਤੱਤੇ ਨੂੰ ਸਿਹਾਰੀ। ਇੱਥੇ ਤੱਤੇ ਨੂੰ ਸਿਹਾਰੀ ਹੈ, ਜਿਹਦਾ ਭਾਵ ਹੈ ਸਤ ਹੈ। ਹਿੰਦੀ ਦਾ ਲਫ਼ਜ਼ ਹੈ, ਸੰਸਕ੍ਰਿਤ ਦਾ ਸਤ ਹੈ, ਵੀ ਜਿਹੜੀ ਚੀਜ਼ ਸਦੀਵੀ ਹੈ, ਸੱਚ ਹੈ, ਉਹਦਾ ਨਾਮਣਾ ਵੀ ਸਦੀਵੀ ਹੋਂਦ ਵਾਲਾ ਹੈ, ਜਿਹੜਾ ਕਦੇ ਖਤਮ ਨਹੀਂ। ਰੱਬ ਦਾ ਨਾਮ ਨਹੀਂ ਖਤਮ ਹੋਣਾ। ਇਹ ਜਿਹੜੇ ਨਾਮ ਅਸੀਂ ਦਿੱਤੇ ਆ ਨਾ, ਇਹ ਖਤਮ ਹੋ ਜਾਣੇ ਨੇ, ਪਰ ਰੱਬ ਤਾਂ ਨਹੀਂ ਖਤਮ ਹੋਣਾ, ਤੇ ਨਾ ਰੱਬ ਦਾ ਨਾਮਣਾ ਖਤਮ ਹੋਣਾ। ਹਰੇਕ ਜੀਵ ਉਹਨੂੰ ਜਪ ਰਿਹਾ ਹੈ, ਹਰੇਕ ਦੇ ਜਪਣ ਦਾ ਤਰੀਕਾ ਆਪਣਾ ਹੈ, ਇਸ ਕਰਕੇ ਉਹਦਾ ਨਾਮਣਾ ਨਹੀਂ ਖਤਮ ਹੋਣਾ, ਉਹ ਸਦੀਵੀ ਰਹਿਣ ਵਾਲਾ ਹੈ। ਸਾਡੇ ਸ਼ਬਦ ਖਤਮ ਹੋ ਜਾਣੇ ਆ। ਸਾਡਾ ਕਿਹਾ ਹੋਇਆ ਰਾਮ ਸ਼ਬਦ ਵੀ ਖਤਮ ਹੋ ਜਾਏਗਾ, ਸਾਡਾ ਕਿਹਾ ਹੋਇਆ ਅੱਲਾ ਸ਼ਬਦ ਵੀ ਖਤਮ ਹੋ ਜਾਣਾ ਹੈ, ਸਾਡੇ ਜ਼ੁਬਾਨ ਤੋਂ ਨਿਕਲਿਆ ਹੋਇਆ ਵਾਹਿਗੁਰੂ ਸ਼ਬਦ ਵੀ ਕਦੇ ਖਤਮ ਹੋ ਜਾਏਗਾ। ਜਿੱਦਣ ਇਹ ਬ੍ਰਹਮੰਡ ਖਤਮ ਹੋਇਆ, ਉਦਣ ਗੌਡ ਸ਼ਬਦ ਵੀ ਖਤਮ ਹੋ ਜਾਏਗਾ। ਪਰ ਰੱਬ ਤਾਂ ਸੱਚ ਹੈ, ਰੱਬ ਨਹੀਂ ਖਤਮ ਹੋਣਾ, ਇਸ ਕਰਕੇ ਉਹਦਾ ਨਾਮ ਸਦੀਵੀ ਹੋਂਦ ਵਾਲਾ, ਉਹਨੇ ਕਦੇ ਨਹੀਂ ਖਤਮ ਹੋਣਾ। ਕਰਤਾ ਪੁਰਖ, ਵੀ ਉਹ ਰੱਬ ਕ੍ਰੀਏਟਰ ਵੀ ਹੈ। ਕਰਤਾ ਦਾ ਭਾਵ ਪੈਦਾ ਕਰਨ ਵਾਲਾ, ਪੁਰਖ ਦਾ ਭਾਵ ਵਸਿਆ ਹੋਇਆ, ਸਮਾਇਆ ਹੋਇਆ। ਨਿਰਭਉ, ਰੱਬ ਡਰ ਦੀ ਭਾਵਨਾ ਤੋਂ ਰਹਿਤ ਹੈ। ਰੱਬ ਨੂੰ ਕਿਸੇ ਦਾ ਡਰ ਨਹੀਂ। ਰੱਬ ਹੀ ਕਾਹਦਾ ਜਿਹਨੂੰ ਡਰ ਹੈ? ਤੇ ਸਾਹਿਬ ਕਹਿੰਦੇ ਨੇ, ਤੂੰ ਉਹਨੂੰ ਜਪਿਆ ਕਰ। ਨਿਰਭਉ ਜਪੈ ਸਗਲ ਭਉ ਮਿਟੈ। ਤੂੰ ਰੱਬ ਜੀ ਨੂੰ ਜਪਣਾ ਸ਼ੁਰੂ ਕਰ ਦੇ, ਸੰਸਾਰ ਦੇ ਡਰ ਖਤਮ ਹੋ ਜਾਣਗੇ। ਜਿਹੜੇ ਰੱਬ ਨੂੰ ਜਪਣ ਦਾ ਦਾਅਵਾ ਕਰਦੇ ਨੇ, ਉਹਨਾਂ ਦੇ ਅੰਦਰ ਅਜੇ ਡਰ ਕਾਹਦਾ ਏ? ਵੀਰਵਾਰ ਦਾ। ਉਹਨਾਂ ਦੇ ਅੰਦਰ ਅਜੇ ਡਰ ਕਾਹਦਾ ਏ? ਅਜੇ ਅੱਜ ਜੀ ਸ਼ਨੀਵਾਰ ਹੈ। ਉਹਨਾਂ ਦੇ ਅੰਦਰ ਅਜੇ ਡਰ ਹੈ ਬਿੱਲੀ ਰਸਤਾ ਕੱਟ ਗਈ ਹੈ। ਦਾਅਵੇ ਕਰਨ ਵਾਲੇ ਕਾਹਦੇ? ਜਿਹੜੇ ਇਹ ਦਾਅਵੇ ਕਰਦੇ ਨੇ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਜਪਦੇ, ਅਸੀਂ ਰੱਬ ਨੂੰ ਚੇਤਾ ਰੱਖਦੇ ਹਾਂ। ਰੱਬ ਨੂੰ ਚੇਤਾ ਰੱਖਣ ਵਾਲਿਆਂ ਨੂੰ ਡਰ ਲੱਗਦਾ ਏ ਵੀਰਵਾਰ ਨੂੰ ਸਿਰ ਨਹੀਂ ਧੋਣਾ। ਅਜੇ ਇਸ ਗੱਲ ਦਾ ਹੀ ਡਰ ਹੈ ਵੀ ਇਸ ਵਕਤ ਹੁਣ ਸ਼ਾਮਾਂ ਪੈ ਗਈਆਂ, ਹੁਣ ਝਾੜੂ ਨਹੀਂ ਲਾਉਣਾ। ਅਜੇ ਇਹੀ ਡਰ ਸਾਡੀ ਸੁਰਤ ਦੇ ਅੰਦਰ ਨੇ। ਜਪਦੇ ਅਸੀਂ ਕਿਹਨੂੰ ਆ? ਜਪਦੇ ਅਸੀਂ ਰੱਬ ਜੀ ਨੂੰ ਆ, ਤੇ ਦਾਅਵੇ ਕਰਦੇ ਆ ਰੱਬ ਨੂੰ ਜਪਣ ਦੇ, ਤੇ ਡਰ ਸਾਡੇ ਅੰਦਰੋਂ ਅਜੇ ਗਏ ਨਹੀਂ। ਜਿਹਨੂੰ ਜਪਦੇ ਆ ਉਹਦੇ ਵਰਗੇ ਬਣਨਾ ਪਏਗਾ, ਉਦਣ ਹੋਵੇਗਾ। ਇਹਨਾਂ ਚੀਜ਼ਾਂ ਦੇ ਡਰ ਖਤਮ ਹੋ ਜਾਣਗੇ, ਨਜ਼ਰ ਲੱਗਣ ਦਾ ਡਰ ਖਤਮ ਹੋ ਜਾਏਗਾ, ਤੰਤਰਾਂ ਮੰਤਰਾਂ ਜੰਤਰਾਂ ਦੇ ਡਰ ਖਤਮ ਹੋ ਜਾਣਗੇ। ਪਰ ਉਦਣ ਸਾਹਿਬ ਕਹਿੰਦੇ ਜਿੱਦਣ ਨਿਰਭਉ ਨੂੰ ਜਪਣਾ ਸ਼ੁਰੂ ਕਰ ਦੇਵੇਂਗਾ ਮਨ ਕਰਕੇ, ਤੇ ਉਹਦਾ ਡਰ ਤੇਰੇ ਹਿਰਦੇ ਦੇ ਅੰਦਰ ਆ ਜਾਏਗਾ। ਡੱਡਾ ਡਰ ਉਪਜੈ ਡਰ ਜਾਏਗਾ। ਹਿਰਦੇ ਦੇ ਅੰਦਰ ਰੱਬ ਜੀ ਦਾ, ਸਾਡੇ ਅੰਦਰ ਰੱਬ ਦਾ ਡਰ ਨਹੀਂ ਹੈਗਾ।
ਸੰਸਾਰ ਦਾ ਡਰ ਹੈ, ਸੰਸਾਰ ਦੀਆਂ ਵਸਤਾਂ ਦਾ ਡਰ ਹੈ, ਸੰਸਾਰ ਦੀਆਂ ਕਿਰਤਾਂ ਦਾ ਡਰ ਹੈ, ਸਾਰੇ ਕਾਸੇ ਦਾ ਡਰ ਹੈ, ਪਰ ਰੱਬ ਦਾ ਡਰ ਨਹੀਂ ਹੈਗਾ। ਜਿਹਨੂੰ ਰੱਬ ਦਾ ਡਰ ਹੈ ਉਹ ਦੂਜੇ ਨੂੰ ਤੰਗ ਕਰ ਸਕਦਾ? ਜਿਹਨੂੰ ਰੱਬ ਦਾ ਡਰ ਹੈ ਉਹ ਕਿਸੇ ਦਾ ਮਾੜਾ ਸੋਚ ਸਕਦਾ ਹੈ? ਕਿਉਂ ਨਹੀਂ ਸੋਚੇਗਾ? ਕਿਉਂਕਿ ਉਹਨੂੰ ਚੇਤਾ ਰਹੇਗਾ ਵੀ ਰੱਬ ਮੈਨੂੰ ਦੇਖ ਰਿਹਾ ਹੈ, ਮੈਂ ਕਿਸੇ ਦਾ ਮਾੜਾ ਕਰਾਂਗਾ, ਰੱਬ ਮੈਨੂੰ ਦੇਖਦਾ ਹੈ। ਜਿਹਨੂੰ ਇਹ ਚੇਤਾ ਹੈ ਫਿਰ ਕਿਸੇ ਦਾ ਮਾੜਾ ਕਿਵੇਂ ਕਰੇਗਾ? ਕਦੇ ਹੋ ਸਕਦਾ ਹੈ ਉਹ ਕਿਸੇ ਦਾ ਮਾੜਾ ਕਰ ਦੇਵੇ? ਕਦੇ ਹੋਏਗਾ ਉਹ ਕਿਸੇ ਦੇ ਧਾਰਮਿਕ ਸਥਾਨ ਨੂੰ ਢਾਹ ਦੇਵੇ? ਕਦੇ ਹੋਏਗਾ ਉਹ ਕਿਸੇ ਦੇ ਧਰਮ ਨੂੰ ਮਾੜਾ ਕਵੇ, ਕਿਸੇ ਦੇ ਪੰਥ ਨੂੰ, ਕਿਸੇ ਦੇ ਧਾਰਮਿਕ ਗ੍ਰੰਥ ਨੂੰ ਮਾੜਾ ਕਹਿ ਦੇਵੇ? ਕਦੇ ਨਹੀਂ ਕਹੇਗਾ, ਕਿਉਂਕਿ ਉਹਨੂੰ ਚੇਤਾ ਹੈ ਜਿਹੜਾ ਰੱਬ ਮੇਰਾ ਹੈ ਉਹੀ ਰੱਬ ਤੇ ਉਹਦਾ ਹੈ। ਹਾਂ, ਰਸਤਾ ਵੱਖਰਾ ਹੈ। ਗੁਰਦੁਆਰਾ ਸਾਹਿਬ ਇੱਥੇ ਹੈ, ਤੁਹਾਡੇ ਆਉਣ ਦੇ ਰਸਤੇ ਵੱਖਰੇ ਵੱਖਰੇ ਨੇ। ਕੋਈ ਇਸ ਪਾਸਿਓਂ ਦੀ ਆ ਰਿਹਾ ਹੈ, ਕੋਈ ਇਸ ਪਾਸਿਓਂ ਦੀ ਆ ਰਿਹਾ। ਆ ਤੇ ਸਾਰੇ ਇੱਥੇ ਹੀ ਰਹੇ ਆ, ਰਸਤੇ ਹੀ ਵੱਖਰੇ ਨੇ। ਆ ਤੇ ਇੱਥੇ ਹੀ ਰਹੇ ਆ, ਰੱਬ ਦਾ ਦਰ ਉਹੀ ਹੈ। ਬਸ ਇਹ ਸਾਰੇ ਰਸਤੇ ਨੇ, ਹਰੇਕ ਦਾ ਆਪਣੀ ਸਮਝ ਦੇ ਅਨੁਸਾਰ ਬਣਾਇਆ ਹੋਇਆ ਰਸਤਾ ਹੈ। ਮੰਜ਼ਿਲ ਇੱਕ ਹੈ, ਸਾਡੀ ਮੁਸ਼ਕਲ ਬਣ ਗਈ, ਅਸੀਂ ਮੰਜ਼ਿਲ ਨੂੰ ਛੱਡ ਦਿੱਤਾ, ਰਸਤਿਆਂ 'ਚ ਉਲਝ ਕੇ ਰਹਿ ਗਏ। ਇੱਕ ਸੰਖੇਪ ਬੇਨਤੀ ਕਰਨੀ ਹੈ, ਫਿਰ ਵਕਤ ਹੋ ਗਿਆ। ਸਾਡੀ ਹਾਲਤ ਅੱਜ ਦੀ ਕੀ ਬਣੀ ਹੈ ਸਾਰਿਆਂ ਦੀ? ਇਹਨੂੰ ਸੌਖਾ ਜਿਹਾ ਉਦਾਹਰਨ ਦੇ ਨਾਲ ਸਮਝਣ ਦਾ ਯਤਨ ਕਰੀਏ। ਮੈਂ ਅਕਸਰ ਇਹ ਉਦਾਹਰਨ ਸਾਂਝੀ ਕਰਦਾ, ਸੌਖੀ ਹੈ, ਸਾਨੂੰ ਸਮਝ ਆ ਜਾਂਦੀ ਹੈ। ਘਰ ਦੇ ਵਿੱਚ ਬੜੇ ਚਾਅ ਦੇ ਨਾਲ ਬਾਪ ਨੇ ਸੰਤਰੇ ਖਰੀਦ ਕੇ ਲਿਆਂਦੇ। ਸੰਤਰੇ ਖਰੀਦ ਕੇ ਲੈ ਕੇ ਆਇਆ ਬਾਪ, ਬੜੇ ਚਾਅ ਦੇ ਨਾਲ ਲਿਆ ਕੇ ਉਹਨੇ ਘਰ ਦੇ ਵਿੱਚ ਦੇ ਦਿੱਤੇ। ਬੱਚਿਆਂ ਨੇ ਜੂਸ ਕੱਢਿਆ, ਇੱਕ ਥਾਂ ਦੇ ਉੱਤੇ ਰੱਖ ਲਿਆ ਤੇ ਰੌਲਾ ਸ਼ੁਰੂ ਹੋ ਗਿਆ, ਲੜਾਈ ਸ਼ੁਰੂ ਹੋ ਗਈ। ਔਰ ਉਸ ਲੜਾਈ ਦੇ ਵਿੱਚ ਜੂਸ ਡੁੱਲ ਗਿਆ, ਪਰ ਲੜਾਈ ਮੁੱਕੀ ਨਹੀਂ ਅਜੇ। ਕਿਉਂਕਿ ਲੜਾਈ ਪਤਾ ਕਾਹਦੀ ਚੱਲਦੀ ਸੀ? ਲੜਾਈ ਚੱਲਦੀ ਸੀ ਉਹਨਾਂ ਛਿੱਕੜਾਂ ਦੀ, ਤੇ ਜੂਸ ਕੱਢਣ ਤੋਂ ਬਾਅਦ ਜਿਹੜਾ ਉਹ ਫਾਲਤੂ ਸਮਾਨ ਵੇਸਟ ਬਚਿਆ। ਲੜਾਈ ਉਸ ਦੀ ਸੀ, ਲੜਦਿਆਂ ਲੜਦਿਆਂ ਜੂਸ ਡੁੱਲ ਗਿਆ ਤੇ ਉਹਦੀ ਲੜਾਈ ਨਹੀਂ ਮੁੱਕੀ। ਠੀਕ ਇਹੀ ਹਾਲਤ ਸਾਡੀ ਹੈ। ਜੂਸ ਸੀ ਧਰਮ, ਸਾਡੇ ਅੰਦਰੋਂ ਧਰਮ ਨਿਕਲ ਗਿਆ, ਭਾਵੇਂ ਕੋਈ ਹੋਵੇ, ਸਾਰਿਆਂ ਚੋਂ ਹੀ ਨਿਕਲ ਗਿਆ, ਧਰਮੀ ਅਖਵਾਉਣ ਵਾਲਿਆਂ ਚੋਂ। ਤੇ ਰੌਲਾ ਅੱਜ ਵੀ ਚੱਲਦਾ ਹੈ ਛਿੱਕੜਾਂ ਦਾ, ਵੀ ਮੇਰਾ ਉੱਚਾ ਧਰਮ ਹੈ, ਦੂਜਾ ਕਹੀ ਜਾਂਦਾ ਮੇਰਾ ਉੱਚਾ ਹੈ। ਤੇ ਜਿਹੜੀ ਅਸਲ ਇਨਸਾਨੀਅਤ ਵਾਲਾ, ਮਾਨਵਤਾ ਵਾਲਾ ਜਿਹੜਾ ਧਰਮ ਸੀ, ਜਿਹੜਾ ਸਭੇ ਸਾਂਝੀਵਾਲ ਸਦਾਇਨ ਵਾਲਾ ਘਰ ਸੀ, ਜਿਹੜਾ ਦੂਜਿਆਂ ਦੇ ਭਲੇ ਦਾ, ਸੇਵਾ ਦਾ ਜਿਹੜਾ ਧਰਮ ਸੀ, ਉਹ ਸਾਰਿਆਂ ਦੇ ਅੰਦਰੋਂ ਨਿਕਲ ਗਿਆ। ਬਾਹਰ ਦੇ ਦਿਖਾਵੇ ਦਾ ਉਹ ਛਿੱਕੜਾਂ ਦਾ ਰੌਲਾ ਅੱਜ ਵੀ ਸਾਡੇ ਅੰਦਰ ਹੈ। ਜਦੋਂ ਤੱਕ ਇਹ ਨਹੀਂ ਮੁੱਕਦਾ, ਧਰਮੀ ਨਹੀਂ ਬਣ ਸਕਦੇ। ਤੇ ਇਹਦੇ ਵਾਸਤੇ ਸਾਡੇ ਅੰਦਰ ਰੱਬ ਜੀ ਦਾ ਡਰ ਹੋਣਾ ਚਾਹੀਦਾ ਹੈ, ਰੱਬ ਦਾ ਚੇਤਾ ਰਹਿਣਾ ਚਾਹੀਦਾ ਹੈ। ਨਿਰਭਉ ਨਿਰਵੈਰ। ਹੁਣ ਰੱਬ ਨਿਰਵੈਰ ਹੈ, ਰੱਬ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਭਾਵੇਂ ਕਿ ਅਸੀਂ ਕਹਿ ਦਿੰਨੇ ਕਈ ਵਾਰ, ਪਰ ਦੋਸ਼ੀ ਅਸੀਂ ਆਪ ਹੁੰਨੇ ਆ, ਰੱਬ ਦੋਸ਼ੀ ਨਹੀਂ ਹੈ। ਹੁਣ ਇਹਨੂੰ ਐ ਸੌਖਾ ਸਮਝ ਲਈਏ, ਰਸਤੇ ਦੇ ਉੱਤੇ ਜਾ ਰਹੇ ਆ, ਸੜਕ ਦੇ ਉੱਤੇ ਹੈਲਮਟ ਅਸੀਂ ਨਹੀਂ ਪਾਇਆ, ਗੱਡੀ ਦੇ ਕਾਗਜ਼ ਸਾਡੇ ਕੋਲ ਪੂਰੇ ਨਹੀਂ ਆ, ਤੇ ਟ੍ਰੈਫਿਕ ਵਾਲੇ ਨੇ ਚਲਾਨ ਕੱਟ ਦਿੱਤਾ, ਤੇ ਅਸੀਂ ਹੁਣ ਕਹੀਏ ਵੀ ਟ੍ਰੈਫਿਕ ਵਾਲਾ ਬੜਾ ਮਾੜਾ ਹੈ, ਜਿਹੜਾ ਉੱਥੇ ਖਲੋਤਾ ਹੈ ਜਿਹਨੇ ਚਲਾਨ ਕੱਟਿਆ ਉਹ ਬੜਾ ਮਾੜਾ ਹੈ, ਉਹ ਬੰਦਾ ਠੀਕ ਨਹੀਂ ਹੈ, ਬੜਾ ਮਾੜਾ ਹੈ, ਪਤਾ ਨਹੀਂ ਵੈਰ ਕਿਹੜਾ ਕੱਢਿਆ ਸਾਡੇ ਨਾਲ ਉਹਨੇ। ਹੁਣ ਉਹ ਟ੍ਰੈਫਿਕ ਵਾਲੇ ਦੀ ਗਲਤੀ ਸੀ ਵੀ ਉਹਨੇ ਤੁਹਾਡਾ ਚਲਾਨ ਕੱਟਿਆ, ਉਹਦਾ ਕੋਈ ਤੁਹਾਡੇ ਨਾਲ ਵੈਰ ਸੀ ਨਿੱਜੀ? ਨਹੀਂ, ਗਲਤੀ ਤੁਹਾਡੀ ਸੀ, ਤੁਹਾਡੇ ਕੋਲ ਕਾਗਜ਼ ਪੂਰੇ ਨਹੀਂ ਹੈਗੇ, ਕਰਮ ਸਾਡੇ ਮਾੜੇ ਨੇ, ਫਿਰ ਸਾਨੂੰ ਸਜ਼ਾ ਮਿਲਦੀ ਹੈ। ਤੇ ਅਸੀਂ ਰੱਬ ਨੂੰ ਦੋਸ਼ ਦਿੰਨੇ ਆ, ਰੱਬ ਦਾ ਦੋਸ਼ ਨਹੀਂ ਹੈ, ਉਹਦਾ ਤੇ ਨਿਆਂ ਬੜਾ ਸੱਚਾ ਹੈ। ਸਾਚਾ ਸਾਹਿਬ ਸਾਚ ਨਾਏ, ਉਹਦਾ ਤੇ ਨਿਆਂ ਸੱਚਾ ਹੈ, ਉਹ ਤੇ ਆਪ ਬੜਾ ਸੱਚਾ ਹੈ, ਉਹਦੇ ਨਿਆਂ 'ਚ ਕੋਈ ਗਲਤੀ ਨਹੀਂ ਹੈਗੀ। ਹਾਂ, ਸਾਨੂੰ ਸਮਝਣ 'ਚ ਕਈ ਵਾਰ ਮੁਸ਼ਕਲ ਆਉਂਦੀ। ਅਕਾਲ ਮੂਰਤ, ਰੱਬ ਸਮੇਂ ਦੇ ਪ੍ਰਭਾਵ ਤੋਂ ਬਾਹਰ ਹੈ। ਰੱਬ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈਗਾ, ਉਹ ਜੰਮਦਾ ਮਰਦਾ ਨਹੀਂ ਹੈ। ਉਹਦੀ ਹਸਤੀ ਇਦਾਂ ਦੀ ਹੈ ਵੀ ਉਹਨੂੰ ਨਾ ਠੰਡ ਲੱਗਦੀ ਹੈ, ਨਾ ਉਹਨੂੰ ਗਰਮੀ ਲੱਗਦੀ ਹੈ, ਨਾ ਦੁੱਖ ਹੈ, ਨਾ ਸੁੱਖ ਹੈ, ਉਹਦੇ ਉੱਤੇ ਕੋਈ ਪ੍ਰਭਾਵ ਨਹੀਂ ਹੈ। ਉਹ ਇਹਨਾਂ ਸਾਰਿਆਂ ਤੋਂ ਬਾਹਰ ਹੈ। ਅਕਾਲ ਮੂਰਤ, ਰੱਬ ਅਜੂਨੀ ਹੈ, ਜੂਨਾ ਤੋਂ ਬਾਹਰ ਆਏ। ਭਾਵ ਉਹ ਜੰਮਦਾ ਮਰਦਾ ਨਹੀਂ ਹੈ, ਉਹਦਾ ਜਨਮ ਨਹੀਂ ਹੁੰਦਾ। ਸਭ ਦੇ ਬਚਨ ਪੜ੍ਹਦੇ ਆ ਰਬੀ ਬਾਣੀ ਦੇ ਅੰਦਰ, ਮਾਲਕ ਕਹਿੰਦੇ ਸੋ ਮੁਖ ਜਲਾਓ ਜਿਤ ਕਹੈ
ਠਾਕੁਰ ਜੋਨੀ ਉਹ ਮੂੰਹ ਸੜ ਜਾਣ ਜਿਹੜੇ ਕਹਿੰਦੇ ਨੇ ਰੱਬ ਜੂਨਾਂ ਦੇ ਵਿੱਚ ਆਇਆ। ਰੱਬ ਜਨਮ ਨਹੀਂ ਲੈਂਦਾ। ਰੱਬ ਆਪਣੇ ਆਪ ਤੋਂ ਇਸ ਸੰਸਾਰ ਦੇ ਅੰਦਰ ਹੋਂਦ ਵਿੱਚ ਆਇਆ ਹੈ, ਆਪਣੇ ਆਪ ਤੋਂ ਪ੍ਰਗਟ ਹੋਇਆ। ਉਹ ਜਨਮ ਨਹੀਂ ਲੈਂਦਾ ਕਿਸੇ ਤੋਂ, ਉਹਨੂੰ ਮਾਤਾ ਦੇ ਗਰਭ ਦੀ ਲੋੜ ਨਹੀਂ ਹੈ। ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ, ਉਹ ਜੂਨਾਂ ਤੋਂ ਬਾਹਰ ਆਏ। ਸਹਿ ਭੰਗ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਸਹਿ ਭੰਗ ਦਾ ਅਰਥ ਸਵੈਮ ਤੋਂ, ਆਪਣੇ ਆਪ ਤੋਂ ਪ੍ਰਕਾਸ਼ਮਾਨ, ਜਿਹਨੂੰ ਅਸੀਂ ਸਵੈੰਭੂ ਪੜ੍ਹਦੇ ਹਾਂ ਵੀ ਰੱਬ ਸਵੈੰਭੂ ਹੈ। ਰੱਬ ਆਪਣੇ ਆਪ ਤੋਂ ਪੈਦਾ ਹੋਣ ਵਾਲਾ। ਗੁਰ ਪ੍ਰਸਾਦ, ਐਸਾ ਰੱਬ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ, ਗੁਰੂ ਦੀ ਦਇਆ ਦੇ ਨਾਲ ਮਿਲਦਾ ਹੈ। ਪ੍ਰਸਾਦ ਪੜ੍ਹਨਾ, ਇਹਨੂੰ ਪ੍ਰਸ਼ਾਦ ਨਹੀਂ ਪੜ੍ਹਨਾ, ਗੁਰ ਪ੍ਰਸਾਦ ਨਹੀਂ ਹੁੰਦਾ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਐਸਾ ਪ੍ਰਮਾਤਮਾ, ਉਹਦੀ ਸੋਝੀ ਆਉਂਦੀ ਹੈ, ਉਹਦੇ ਨਾਲ ਸਾਂਝ ਬਣਦੀ ਹੈ। ਇੱਥੋਂ ਤੱਕ ਮੂਲ ਮੰਤਰ ਸੰਪੂਰਨ ਹੁੰਦਾ ਹੈ। ਕਈ ਵਾਰ ਤੁਹਾਨੂੰ ਦੇਖਣ ਨੂੰ ਮਿਲੇਗਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਇੱਥੇ ਤੱਕ ਦੱਸਿਆ ਜਾਂਦਾ ਹੈ ਵੀ ਮੂਲ ਮੰਤਰ ਹੈ। ਪਰ ਤੁਸੀਂ ਖਿਆਲ ਕਰਿਓ, ਗੁਰਪ੍ਰਸਾਦ ਤੋਂ ਬਾਅਦ 2 ਡੰਡੀਆਂ ਲੱਗੀਆਂ ਨੇ, ਫਿਰ ਏਕਾ ਲਿਖਿਆ ਏ, ਫਿਰ 2 ਡੰਡੀਆਂ ਲੱਗੀਆਂ ਵੀ ਇੱਥੇ ਆ ਕੇ ਸੰਪੂਰਨਤਾ ਹੋ ਗਈ। ਇਸ ਤੋਂ ਅੱਗੇ ਸ਼ਲੋਕ ਸ਼ੁਰੂ ਹੋ ਜਾਂਦਾ ਏ, ਬਾਣੀ ਦਾ ਨਾਮ ਸ਼ੁਰੂ ਹੁੰਦਾ ਏ ਜਪ, ਫਿਰ ਸ਼ਲੋਕ ਸ਼ੁਰੂ ਹੋ ਜਾਂਦਾ ਹੈ ਪਹਿਲਾ। ਪਰ ਇੱਥੇ ਆ ਕੇ ਮੂਲ ਮੰਤਰ ਦੀ ਸੰਪੂਰਨਤਾ ਹੋ ਜਾਂਦੀ ਹੈ। ਔਰ ਇਸ ਗੱਲ ਦੀ ਗਵਾਹੀ ਇੱਕ ਵਾਰ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ 567 ਵਾਰ ਆਉਂਦਾ ਹੈ। ਭਾਵੇਂ ਉਹ ਸੰਪੂਰਨ ਆਵੇ, ਭਾਵੇਂ ਸੰਖੇਪ ਚ ਆਵੇ, ਉਹ ਹਰੇਕ ਵਾਰ ਤੁਹਾਨੂੰ ਗੁਰ ਪ੍ਰਸਾਦ ਤੇ ਸਮਾਪਤੀ ਮਿਲੇਗੀ। ਇੱਕ ਓੰਕਾਰ, ਸਤ ਗੁਰ ਪ੍ਰਸਾਦ, ਭਾਵੇਂ ਉਹ ਤੁਹਾਨੂੰ ਮਿਲੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ, 4 ਰੂਪਾਂ 'ਚ ਮਿਲੇਗਾ ਤੇ ਚਾਰੇ ਵਾਰ ਤੁਹਾਨੂੰ ਗੁਰ ਪ੍ਰਸਾਦ ਤੇ ਹੀ ਸੰਪੂਰਨਤਾ ਮਿਲੇਗੀ। ਇਸ ਤੋਂ ਅੱਗੇ ਮੂਲ ਮੰਤਰ ਨਹੀਂ ਹੈ। ਫਿਰ ਉੱਥੋਂ ਜਪਜੀ ਸਾਹਿਬ ਮੁਬਾਰਕ ਬਾਣੀ ਆਰੰਭ ਹੋ ਜਾਂਦੀ ਹੈ ਤੇ ਪਹਿਲਾ ਸ਼ਲੋਕ ਆਰੰਭ ਹੋ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਦਇਆ ਕਰਨ, ਸਾਨੂੰ ਸੁਝੀ ਆ ਜਾਏ, ਗੁਰਬਾਣੀ ਨੂੰ ਪੜ੍ਹਨ ਤੇ ਸਮਝਣ ਲੱਗ ਜਾਈਏ, ਕਿਉਂਕਿ ਇਹ ਉਪਦੇਸ਼ ਐਸਾ ਹੈ ਜਿਹੜਾ ਸਾਰਿਆਂ ਨੂੰ ਇੱਕ ਸੂਤ ਵਿੱਚ ਪਰੋ ਦਿੰਦਾ ਏ। ਇੱਕੋ ਦੀ ਗੱਲ ਸਿਖਾ ਕਰਕੇ, ਇੱਕ ਬਣਾ ਕਰਕੇ, ਇੱਕ ਮਾਰਗ ਤੇ ਤੋਰ ਕੇ, ਇੱਕ ਪਰਿਵਾਰ ਵਾਂਗ ਜੋੜ ਦਿੰਦਾ ਇੱਕ ਦੂਜੇ ਦੇ ਨਾਲ, ਜਿੱਥੇ ਫਿਰ ਵਖਰੇਵੇਂ ਖਤਮ ਹੋ ਜਾਂਦੇ ਨੇ। ਸਤਿਗੁਰੂ ਦਇਆ ਕਰਕੇ ਆਪ ਇਸੇ ਪ੍ਰਕਾਰ ਦਇਆ ਕਰਕੇ ਸੇਵਾ ਲੈਂਦੇ ਰਹਿਣ। ਜਪਜੀ ਸਾਹਿਬ ਦੀ ਮੁਬਾਰਕ ਬਾਣੀ ਦੀ ਵਿਚਾਰ ਆਪ ਕਰਵਾ ਲੈਣ। ਸਾਹਿਬ ਦੀ ਬਖਸ਼ਿਸ਼ ਦੇ ਨਾਲ ਅੱਜ ਮੂਲ ਮੰਤਰ ਦੀ ਵਿਚਾਰ ਸੰਖੇਪ ਰੂਪ 'ਚ ਸੰਪੂਰਨ ਹੋਈ ਹੈ। ਵਿਚਾਰਾਂ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਬਖਸ਼ ਲੈਣ। ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।